ਰਿਹਾ ਰੱਖੜੀ ਦਾ ਤਿਉਹਾਰ। ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਬੰਨ ਰਹੀਆਂ ਰੱਖੜੀਆਂ। ਭਰਾਵਾਂ ਦੀ ਲੰਮੀ ਉਮਰ ਦੀਆਂ ਮੰਗ ਰਹੀਆਂ ਦੁਆਵਾਂ। ਰੱਖੜ ਪੁੰਨਿਆ ਮੌਕੇ ਅੱਜ ਬਾਬਾ ਬਕਾਲਾ 'ਚ ਹੋਣਗੀਆਂ ਸਿਆਸੀ ਕਾਨਫਰੰਸਾਂ। ਸੂਬੇ ਦੀਆਂ ਸਿਆਸੀ ਧਿਰਾਂ ਕਰਨਗੀਆਂ ਸ਼ਕਤੀ ਪ੍ਰਦਰਸ਼ਨ। ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਕਦਮ। ਤਰਨਤਾਰਨ ਪੁਲਿਸ ਨੂੰ ਆਧੁਨਿਕ ਐਂਟੀ ਡਰੋਨ ਸਿਸਟਮ ਸੌਂਪਣਗੇ ਮੁੱਖ ਮੰਤਰੀ ਭਗਵੰਤ ਮਾਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਨਾਲ ਰਹਿਣਗੇ ਮੌਜੂਦ। ਪਠਾਨਕੋਟ 'ਚ ਕਈ ਥਾਵਾਂ ਤੇ ਨਹੀਂ ਬਚਿਆ ਪੀਣਯੋਗ ਪਾਣੀ। 623 ਚੋਂ ਪਾਣੀ ਦੇ 28 ਸੈਂਪਲਸ ਫੇਲ। ਡਾਇਰੀਆ, ਪੀਲੀਆ ਤੇ ਹੋਰ ਕਈ ਬਿਮਾਰੀਆਂ ਦਾ ਖਤਰਾ। ਹੁਸ਼ਿਆਰਪੁਰ ਦੇ ਮੁਕੇ ਦੇਸ਼ ਵਿਰੋਧੀ ਨਾਰੇ ਲਿਖਣ ਵਾਲੇ ਇੱਕ ਨਾਬਾਲਗ ਸਮੇਤ 2 ਮੁਲਜ਼ਮ ਕਾਬੂ। ਅੰਮ੍ਰਿਤਸਰ ਪੁਲਿਸ ਨੇ ਕੀਤਾ गिरफ्तार। ਮੰਦਰ ਸਮੇਤ 3 ਥਾਵਾਂ ਤੇ ਲਿਖੇ ਸੀ ਦੇਸ਼ ਵਿਰੋਧੀ ਨਾਰੇ। के प्रायोजक पतंजलि गाय का घी, माँ का भरोसा, प्यार से परोसा। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਨੂੰ ਬਾਗੀ ਧੜੇ ਦੀ ਪ੍ਰਧਾਨਗੀ ਦੀ ਰੇਸ ਤੋਂ ਬਾਹਰ ਕਰ ਲਿਆ ਹੈ, ਜਦਕਿ ਦੂਜੇ ਪਾਸੇ ਬਾਗੀ ਆਗੂ ਰਹੇ ਬਲਦੇਵ ਸਿੰਘ ਮਾਨ ਅਕਾਲੀ ਦਲ ਸ਼ਾਮਲ ਹੋਏ, ਜਿਨ੍ਹਾਂ ਦਾ ਸੁਖਬੀਰ ਸਿੰਘ ਬਾਦਲ ਨੇ ਪਾਰਟੀ 'ਚ ਸਵਾਗਤ ਕੀਤਾ। ਜਿਹੜੇ ਆਪਣੇ ਸਾਥੀ ਕੋਈ ਮੇਥੋਂ ਨਾਰਾਜ਼ ਹੋ ਕੇ ਜਾਂ ਕਿਸੇ ਹੋਰ ਕਾਰਨ ਬਾਹਰ ਚਲੇ ਗਏ ਹੈ, ਮੈਂ ਹੱਥ ਜੋੜ ਕੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਤੇ ਮੈਂ ਉਹਨੂੰ ਰਿਕੁਐਸਟ ਕਰਦਾ ਕਿ ਆਓ ਆਪਾਂ ਸਾਰੇ ਆਦੇਸ਼ ਦੇ ਮੁਤਾਬਕ ਆਪਾਂ ਸਾਰੇ ਇੱਕ ਆਪਣੀ ਪਾਰਟੀ ਨੂੰ ਤਕੜਾ ਕਰੀਏ। ਸੁਖਬੀਰ ਸਿੰਘ ਬਾਦਲ ਦੀ ਇਸ ਅਪੀਲ ਦੇ ਵਿਚਾਲੇ ਬਾਗੀ ਧੜੇ ਨੇ ਪ੍ਰਧਾਨਗੀ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਬਕਾਇਦਾ 11 ਅਗਸਤ ਨੂੰ ਇਜਲਾਸ ਸੱਦਿਆ ਗਿਆ, ਜਿਸ ਦੇ ਵਿੱਚ ਪ੍ਰਧਾਨ ਦੀ ਚੋਣ ਹੋਵੇਗੀ। ਪ੍ਰਧਾਨਗੀ ਲਈ ਸਭ ਤੋਂ ਵੱਧ ਚਰਚਾ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦੀ ਹੋ ਰਹੀ ਹੈ ਤੇ ਦੂਜਾ ਨਾਮ ਬੀਬੀ ਸਤਵੰਤ ਕੌਰ ਦਾ ਹੈ। ਪਰ ਇਸ ਵਿਚਾਲੇ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਨੂੰ ਪ੍ਰਧਾਨਗੀ ਦੀ ਰੇਸ ਤੋਂ ਬਾਹਰ ਕਰ ਦਿੱਤਾ ਹੈ। ਉਹਨਾਂ ਸੋਸ਼ਲ ਮੀਡੀਆ ਤੇ ਲਿਖਿਆ, 5 ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਚੋਣ ਇਜਲਾਸ ਰੱਖਿਆ ਗਿਆ ਹੈ। ਮੇਰੇ ਕੋਲ ਜਾਣਕਾਰੀ ਪੁੱਜ ਰਹੀ ਹੈ ਕਿ ਉਸ ਚੋਣ 'ਚ ਮੇਰੇ ਨਾਮ ਦੀ ਅਤੇ ਬੀਬੀ ਸਤਵੰਤ ਕੌਰ ਜੀ, ਜੋ ਕਿ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਸਪੁੱਤਰੀ ਨੇ, ਸਾਡੇ ਦੋਹਾਂ ਦੇ ਨਾਮ ਪ੍ਰਧਾਨਗੀ ਲਈ ਵਿਚਾਰੇ ਜਾ ਰਹੇ ਨੇ। ਕੁਝ ਮੇਰੇ ਅਤੇ ਕੁਝ ਬੀਬੀ ਦੇ ਸਮਰਥਨ 'ਚ ਵਿਚਾਰ ਪ੍ਰਗਟ ਹੋ ਰਹੇ ਨੇ। ਮੇਰੇ ਮਨ ਵਿੱਚ ਆਪਣੀ ਉਸ ਭੈਣ ਦੇ ਪ੍ਰਤੀ ਬਹੁਤ ਸਤਿਕਾਰ ਹੈ। ਇਸ ਲਈ 5 ਮੈਂਬਰੀ ਕਮੇਟੀ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਬੀਬੀ ਸਤਵੰਤ ਕੌਰ ਜੀ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਵਿੱਚ ਸ਼ਾਮਲ ਨਹੀਂ ਹਾਂ। ਇਸ ਲਈ ਮੇਰਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੋਵੇਗਾ। ਭਾਵੇਂ ਬਾਗੀ ਧੜੇ ਦੇ ਵਿੱਚ ਆਪਣਾ ਪ੍ਰਧਾਨ ਚੁਣਨ ਦੀ ਕਵਾਇਦ ਚੱਲ ਰਹੀ ਹੈ, ਪਰ ਉਹਨਾਂ ਦਾ ਇੱਕ ਕੁਨਬਾ ਟੁੱਟਦਾ ਨਜ਼ਰ ਆ ਰਿਹਾ ਹੈ, ਕਿਉਂਕਿ ਪਿਛਲੇ ਸਾਲ 2024 ਦੇ ਵਿੱਚ ਬਾਗੀ ਧੜੇ ਦੇ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਮੁੜ ਅਕਾਲੀ ਦਲ ਦੇ ਵਿੱਚ ਵਾਪਸ ਆ ਗਏ ਨੇ। ਸੁਖਬੀਰ ਸਿੰਘ ਬਾਦਲ ਸੰਗਰੂਰ 'ਚ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ। ਸੁਖਬੀਰ ਬਾਦਲ ਨੇ ਮੁੜ ਤੋਂ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ। ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕੱਲ ਆਪਣੇ ਮੈਸੇਜ ਦਿੱਤਾ ਹੈ ਕਿ ਜਿਹੜੇ ਛੱਡ ਕੇ ਗਏ ਸੀ ਅਕਾਲੀ ਦਲ ਉਹ ਵਾਪਸ ਆਉਣ, ਆ ਇੱਕ ਸ਼ੁਰੂਆਤ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਸਿੰਘ ਸਾਹਿਬ ਦੇ ਆਦੇਸ਼ ਨੂੰ ਦੀ ਪਾਲਣਾ ਕੀਤੀ ਹੈ ਤੇ ਮੈਂ ਚਾਹੁੰਦਾ ਕਿ ਸਾਰੇ ਪੰਜਾਬ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ ਤੇ ਅਕਾਲੀ ਦਲ ਨੂੰ ਤਗੜਾ ਕਰੀਏ। ਸਾਰੇ ਜੋ ਉਸ ਕੇ ਗਏ ਜਾਂ ਕਿਸੇ ਪਾਰਟੀ 'ਚ ਵੀ ਗਏ ਹੋਣ, ਕਿਸੇ ਹੋਰ ਪਾਰਟੀ 'ਚ ਵੀ ਗਏ ਹੋਣ, ਉਹ ਵਾਪਸ ਅਕਾਲੀ ਦਲ ਵਿੱਚ ਆਉਣ। ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਵੀ ਅਕਾਲੀ ਲੀਡਰਾਂ ਨੂੰ ਮਤਭੇਦ ਭੁਲਾ ਕੇ ਇਕੱਠੇ ਹੋਣ ਦਾ ਆਦੇਸ਼ ਕਰ ਚੁੱਕੇ ਨੇ। ਪਰ ਅਜਿਹਾ ਹੁੰਦਾ ਫਿਲਹਾਲ ਮੁਸ਼ਕਿਲ ਲੱਗਦਾ ਹੈ, ਕਿਉਂਕਿ ਬਾਗੀ ਧੜੇ ਨੇ ਆਪਣਾ ਪ੍ਰਧਾਨ ਚੁਣਨ ਦੇ ਲਈ 11 ਅਗਸਤ ਨੂੰ ਇਜਲਾਸ ਸੱਦ ਲਿਆ ਹੈ। ਸੰਗਰੂਰ ਤੋਂ ਚਰਨਜੀਤ ਕੌਸ਼ਲ, ਨਿਊਜ਼ 18। ਦਿੱਲੀ ਦੇ ਪੀਤਮਪੁਰਾ 'ਚ ਇੱਕ ਮਹਿਲਾ ਨੂੰ ਇੱਕ ਰੈਸਟੋਰੈਂਟ 'ਚ ਜਾਣ ਤੋਂ ਸਿਰਫ ਇਸ ਲਈ ਰੋਕਿਆ ਗਿਆ ਕਿਉਂਕਿ ਉਸਨੇ ਸਾਦੇ ਕੱਪੜੇ ਪਹਿਨੇ ਹੋਏ ਸਨ। ਵਿਵਾਦ ਪਖੰਡ ਤੇ ਮੈਨੇਜਰ ਨੇ ਭਵਿੱਖ 'ਚ ਅਜਿਹਾ ਨਾ ਹੋਣ ਦੀ ਗੱਲ ਆਖੀ। ਕੀ ਭਾਰਤੀ ਰੈਸਟੋਰੈਂਟਾਂ 'ਚ ਔਰਤਾਂ ਸਾਦਾ ਪਹਿਰਾਵਾ ਨਹੀਂ ਪਾ ਸਕਦੀਆਂ? ਕੀ ਇੱਥੇ ਜਾਣ ਲਈ ਵੈਸਟਰਨ ਡਰੈਸਾਂ ਹੀ ਪਾਉਣੀਆਂ ਪੈਣਗੀਆਂ? ਇਹ ਸਵਾਲ ਇਸ ਲਈ ਕਿਉਂਕਿ ਦਿੱਲੀ ਦੇ ਪੀਤਮਪੁਰਾ ਦੇ ਇੱਕ ਰੈਸਟੋਰੈਂਟ ਟੁਬਾਟਾ 'ਚ ਜ਼ਬਰਦਸਤ ਹੰਗਾਮਾ ਹੋਇਆ, ਜਿਸ ਦਾ ਕਾਰਨ ਸੁਣ ਕੇ ਤੁਸੀਂ ਹੈਰਾਨ ਪਰੇਸ਼ਾਨ ਹੋ ਜਾਓਗੇ। ਜਿੱਥੇ ਇੱਕ ਮਹਿਲਾ ਨੂੰ ਸਿਰਫ ਇਸ ਲਈ ਐਂਟਰੀ ਨਹੀਂ ਮਿਲੀ ਕਿਉਂਕਿ ਉਸਨੇ ਸਾਦੇ ਕੱਪੜੇ ਪਹਿਨੇ ਹੋਏ ਸਨ। ਰੈਸਟੋਰੈਂਟ ਜਾਣ ਤੋਂ ਰੋਕਣ ਨੂੰ ਮਹਿਲਾ ਤੇ ਉਸਦੇ ਪਰਿਵਾਰ ਨੇ ਆਪਣੀ ਬੇਇੱਜ਼ਤੀ ਦੱਸਿਆ ਤਾਂ ਮੌਕੇ ਤੇ ਮੌਜੂਦ ਲੋਕਾਂ ਨੇ ਵੀ ਇਸ ਘਟਨਾ ਦਾ ਭਾਰੀ ਵਿਰੋਧ ਕੀਤਾ। पीतमपुरा मेट्रो स्टेशन के कैंपस में जो टोमाटा रेस्टोरेंट है, इस रेस्टोरेंट में मैं और पूजा आए थे। हमारा ड्रेस कोड ये था
इन्होंने हमारे को रोक दिया और हमारे सामने दूसरों को जो कम कपड़े में थे उनको जाने दिया, ये बोलते हैं कि आपका इंडियन ड्रेस को अलाउ नहीं करेंगे। और हमारे साथ उनके मैनेजर अजय राणा ने भी बहुत मिसबिहेव किया, वो अपनी गलती मानते तैयार नहीं हुए हैं। इससे हमारे को बहुत दुख है, हम बहुत हताहत हुए हैं कि हमें इंडियन कपड़े में कल्चर की बेइज्जती की है और एक औरत की बेइज्जती की है। ਵਿਵਾਦਾਂ 'ਚ ਘਿਰਨ ਤੇ ਰੈਸਟੋਰੈਂਟ ਦਾ ਮੈਨੇਜਰ ਵੀ ਸਾਹਮਣੇ ਆਇਆ ਤੇ ਕਿਹਾ ਕਿ ਸਾਦੇ ਕੱਪੜਿਆਂ 'ਚ ਆਉਣ ਵਾਲਿਆਂ ਦਾ ਵੀ ਸਵਾਗਤ ਹੈ ਤੇ ਉਹ ਪੂਰੇ ਭਾਰਤੀ ਸੱਭਿਆਚਾਰ ਦਾ ਸਨਮਾਨ ਕਰਦੇ ਨੇ। मैं आपको बहुत ही कैटेगोरिकली ये बताना चाहता हूँ कि हमने कभी भी ऐसा नहीं करा है। ये कुछ मिसअंडरस्टैंडिंग हुई है गेस्ट के साथ और हमारा कोई भी इंटेंशन नहीं है किसी भी कल्चर के प्रति, चाहे वो इंडियन कल्चर हो, कोई भी कल्चर हो, हम सभी कल्चर का सम्मान करते हैं। हमारे यहाँ पर सलवार, सूट, साड़ी, किसी भी भारतीय परिधान में अगर कोई आता है सारे वेलकम है। ਵੀਡੀਓ ਵਾਇਰਲ ਹੋਈ ਤਾਂ ਮਾਮਲਾ ਤੁਰੰਤ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਧਿਆਨ 'ਚ ਆਇਆ, ਜਿਨ੍ਹਾਂ ਨੇ ਰੈਸਟੋਰੈਂਟ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਜਿਸ ਤੇ ਮੈਨੇਜਰ ਵੱਲੋਂ ਰੱਖੜੀ ਮੌਕੇ ਸਾਦੇ ਕੱਪੜਿਆਂ 'ਚ ਆਉਣ ਵਾਲਿਆਂ ਨੂੰ ਡਿਸਕਾਊਂਟ ਦੇਣ ਦੀ ਗੱਲ ਆਖੀ ਗਈ ਤੇ ਨਾਲ ਹੀ ਕਿਹਾ ਕਿ ਦੇਸ਼ 'ਚ ਕਿਤੇ ਵੀ ਅਜਿਹਾ ਨਹੀਂ ਹੋਣਾ ਚਾਹੀਦਾ। ਖੈਰ ਭਾਵੇਂ ਇਹ ਮਾਮਲਾ ਹੱਲ ਹੋ ਚੁੱਕਿਆ ਹੈ, ਪਰ ਸਵਾਲ ਇਹ ਹੈ ਕਿ ਸਾਦੇ ਕੱਪੜੇ 'ਚ ਆਈ ਮਹਿਲਾ ਨੂੰ ਕਿਉਂ ਰੋਕਿਆ ਗਿਆ? ਕੀ ਇਹ ਪਹਿਲਾ ਮਾਮਲਾ ਹੈ ਜਾਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਹੈ? ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ ਹਰਿਆਣਾ। ਅੱਗੇ ਵਧਾਂਗੇ ਤੇ ਗੱਲ ਕਰਾਂਗੇ ਰਵਨੀਤ ਬਿੱਟੂ ਦੀ ਤੇ ਗੁਰਜੀਤ ਔਜਲਾ ਦੀ, ਕਿਉਂਕਿ ਰਾਹੁਲ ਗਾਂਧੀ ਦੇ ਦਾਅਵੇ ਤੇ ਮੈਨੋ ਮਾਣੇ ਹੋਏ ਨਜ਼ਰ ਆਏ ਰਵਨੀਤ ਬਿੱਟੂ ਤੇ ਗੁਰਜੀਤ ਔਜਲਾ। ਸੰਸਦ ਭਵਨ ਦੇ ਬਾਹਰ ਰਵਨੀਤ ਬਿੱਟੂ ਤੇ ਗੁਰਜੀਤ ਔਜਲਾ ਦੇ ਵੱਲੋਂ ਬਹਿਸ ਕੀਤੀ ਗਈ। ਦੋਵਾਂ ਲੀਡਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਤੇ ਰਾਹੁਲ ਗਾਂਧੀ ਦੇ ਵੱਲੋਂ ਪੇਸ਼ ਕੀਤੇ ਆਂਕੜੇ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਆਪਣੀ ਹਾਰ ਕਾਰਨ ਕਾਂਗਰਸ ਬੌਖਲਾ ਗਈ ਹੈ, ਬੀਜੇਪੀ ਦੇ ਵੱਲੋਂ ਚੋਣਾਂ 'ਚ ਧਾਂਦਲੀ ਕੀਤੀ ਗਈ ਹੈ, ਇਹ ਗੁਰਜੀਤ ਔਜਲਾ ਕਹਿੰਦੇ ਹੋਏ ਨਜ਼ਰ ਆਏ। आगे एमपी कैसे बने, हम कैसे हार गए, फिर तो हम भी सब जीते अगर ये चीजें होती। तब तक इनका मंशा था कि 400 पार शायद लग जाएंगे। उसके बाद इन्होंने को पता चला कि देश का मूड क्या हो गया। नहीं, फिर तो सब फिर इन्होंने 1 2 3 4 प्लान बना के रखे, ए प्लान, बी प्लान, सी प्लान। अब बी प्लान जो है वो महाराष्ट्र में दे दिया, उसके आगे भी सी प्लान होगा। आप जो एमपी यहाँ पे रोज प्रदर्शन करते हो, ये कैसे एमपी आ गए आप जीत के? भाई हम क्यों नहीं पूछते? पूरी पावर में आते, पूरी पावर में आते, इनकी माने तो बिल्कुल ये पूरी पावर में आते, धांधली से जीते हुए होते, तो इसका मतलब यही हुआ ना, इसीलिए बिल्कुल धांधली से ये लोग पावर में नहीं आए। जो ये हम सरकार बनाने जा रहे थे, बनी नहीं, क्योंकि ये लोग धांधली कर रही है, बीजेपी पूरी धांधली कर रही है। आपको पता महाराष्ट्र में, हरियाणा में हुई है, इसीलिए ये बेचारे। मैं तो एएनआई को इंटरव्यू दे रहे थे, वो भी पीछे से आगे। बात यह है कि वोट की बहुत बड़ी धांधली हुई है, चोरी हुई है, महाराष्ट्र में हुई है, हरियाणा में हुई है। और राहुल गांधी जी ने बड़ी देर तक इलेक्शन कमीशन से डिजिटल डॉक्यूमेंट मांगते रहे, इलेक्शन कमीशन ने डॉक्यूमेंट दिए नहीं। उसके बाद राहुल गांधी जी ने खुद एक विधानसभा को पकड़कर और 6 महीने लगाकर एक वोटर को ढूंढ कर लाए कि ये वोटर कहाँ है, कैसे बना। तारीफ हो रही है, उनकी तारीफ हो रही है कि उन्होंने काफी मेहनत करके लेके, और लाख के करीब वोटर एक कॉन्स्टिट्यूंसी में जाली मिल रहा है, डुप्लीकेट है। तो इसी पे रवनीत बिट्टू जी कहीं पीछे से देख रहे थे, वो भी साथ में मीडिया के सामने आ गए, तो उन्होंने भी अपना पक्ष रखा कि आप कैसे जीत आए। तो मैंने उनको बताया कि जब हम जीते तब तो 400 का नशा था आपको, कि हम 400 पार हो रहे हैं। तो बिट्टू तो खुद कह रहे थे मैं 1 लाख से हरियाणा जीतूंगा, वो तब नशे में थे, सत्ता के नशे में थे। जब नशा उतरा तो इनके पास प्लान होते हैं भाजपा के साथ, इलेक्शन कैसे जीतनी है। उधर नैशनल पद्धर ते भी राहुल गांधी दे दावियां नूं लैके सियासत गरम है। प्रियंका गांधी ने चोण कमिशन ते सवाल खड़े कीते तां बीजेपी ने भी पलटवार कीता। पूरा देश ये कह रहा है कि चुनाव आयोग अच्छी तरह से जांच करे और तब बोले, बगैर जांच किए कुछ नहीं कह सकते। कोई सबूत दे रहा है आपको, इतनी बड़ी किताब भर एक विधानसभा में आपने देखे कितने फर्जी वोट थे, सबने देखे, वो सबूत है तो उसको लें, जांच करें और देश को बताएं कि क्या हो रहा है। ऐसे बहुत सारे प्रूफ पहले की भी हैं, इंदिरा गांधी जी के दौरान जब पूरा का पूरा बूथ की पेटी लूट ली जाती, पहले उसका जवाब दें। बाकी जनता ये जहाँ जहाँ जीते हैं, जिस राज्य में जीते हैं, तब ये नहीं बोले। ये समझ में नहीं आ रहा, जहाँ आप हारते हैं उस पर आप छाती पीटने लगते हैं और उसका टिकरा आप भाजपा पर और चुनाव आयोग पर फोड़ना चाहते हैं।
इतने बड़ी डेमोक्रेसी की हत्या करने की बात इन लोग करते हैं, बहुत दुखद है। जहां आप जीते हैं पहले उसका जवाब दें, वहां कैसे आप जीते? अगर ਤੇ ਰਾਹੁਲ ਗਾਂਧੀ ਦਾ ਦਾਅਵਾ ਹੈ ਕਿ ਵੋਟ ਚੋਰੀ ਦੇ 5 ਤਰੀਕੇ ਨੇ। ਪਹਿਲਾ, ਡੁਪਲੀਕੇਟ ਵੋਟ ਬਣਾਉਣਾ, ਯਾਨੀ ਕਿ ਇੱਕ ਹੀ ਵੋਟਰ ਦੇ ਬਹੁਤ ਸਾਰੇ ਵੋਟਰ ਹੋਣਾ। ਦੂਸਰਾ, ਗਲਤ ਪਤੇ ਤੇ ਵੋਟ ਬਣਾਉਣੇ ਤੇ ਇੱਕ ਹੀ ਵੋਟਰ ਦੇ ਵੱਖ-ਵੱਖ ਪਤੇ ਹੋਣਾ। ਤੀਜਾ, ਇੱਕ ਪਤੇ ਤੇ ਬਲਕ ਵੋਟਰ ਬਣਾਉਣਾ ਤੇ ਇੱਕ ਹੀ ਐਡਰੈਸ ਤੇ ਬਹੁਤ ਸਾਰੇ ਵੋਟ ਬਣਾਉਣਾ। ਚੌਥਾ, ਗਲਤ ਫੋਟੋਆਂ ਦੇ ਨਾਲ ਵੋਟ ਬਣਾਉਣੇ। ਪੰਜਵਾਂ, ਗਲਤ ਫੋਟੋ ਵਾਲੇ ਵੋਟ ਜਾਂ ਬਿਨਾਂ ਫੋਟੋ ਵਾਲੇ ਵੋਟ ਬਣਾਉਣਾ। ਛੇਵਾਂ, ਫਾਰਮ 6 ਦੀ ਦੁਰਵਰਤੋਂ ਦੇ ਨਾਲ ਵੋਟ ਬਣਾਉਣਾ, ਨਵੇਂ ਵੋਟਰਾਂ ਦੇ ਲਈ ਵਰਤਿਆ ਜਾਂਦਾ ਫਾਰਮ। ਤੇ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਇਹ ਵੋਟ ਚੋਰੀ ਕਰਨ ਦੇ 5 ਤਰੀਕੇ ਨੇ। ਹੁਣ ਗੱਲ ਪਠਾਨਕੋਟ ਦੀ। ਪਠਾਨਕੋਟ 'ਚ ਪਾਣੀ ਦੇ 28 ਸੈਂਪਲਸ ਫੇਲ ਹੋਏ ਨੇ। 623 ਚੋਂ ਪਾਣੀ ਦੇ 28 ਸੈਂਪਲਸ ਨੂੰ ਪੀਣ ਯੋਗ ਪਾਇਆ ਨਹੀਂ ਗਿਆ ਤੇ ਸੂਬਾ ਪੱਧਰੀ ਮੁਲਾਂਕਣ ਦੌਰਾਨ ਇਹ ਪਾਣੀ ਦੇ ਸੈਂਪਲਸ ਫੇਲ ਹੋਏ। ਜਾਂਚ ਦੌਰਾਨ ਪੀਣ ਯੋਗ ਇਸ ਪਾਣੀ ਨੂੰ ਨਹੀਂ ਪਾਇਆ ਗਿਆ। ਖਰੜ ਲੈਬ 'ਚ ਜਾਂਚ ਲਈ ਦਰਅਸਲ 15 ਚੋਂ 5 ਸੈਂਪਲ ਜੋ ਭੇਜੇ ਗਏ ਸੀ ਉਹ ਫੇਲ ਹੋਏ ਨੇ। ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵੱਲੋਂ 152 ਸੈਂਪਲਸ ਲਏ ਗਏ ਸਨ। ਸਾਰੇ ਸੈਂਪਲਸ ਪਾਸ ਕੀਤੇ ਗਏ ਤੇ ਸਿਹਤ ਵਿਭਾਗ ਦੀ ਲੋਕਾਂ ਨੂੰ ਅਪੀਲ ਹੈ ਕਿ ਗੰਦਾ ਜਾਂ ਬਦਬੂ ਵਾਲਾ ਪਾਣੀ ਆਉਣ ਤੇ ਤੁਰੰਤ ਜੋ ਸੂਚਨਾ ਹੈ ਪ੍ਰਸ਼ਾਸਨ ਨੂੰ ਦਿੱਤੀ ਜਾਏ। ਤੇ ਪਠਾਨਕੋਟ 'ਚ ਪਾਣੀ ਦੇ 28 ਸੈਂਪਲਸ ਫੇਲ ਹੋਏ ਨੇ ਕਿਉਂਕਿ ਜਾਂਚ ਕੀਤੀ ਗਈ ਤੇ ਇਹ ਜੋ ਪਾਣੀ ਹੈ ਪੀਣ ਯੋਗ ਨਹੀਂ ਪਾਇਆ ਗਿਆ, ਜਿਸ ਕਰਕੇ ਵੱਡੇ ਪੱਧਰ ਤੇ ਚਾਹੇ ਉਹ ਬੱਚੇ ਹੋਣ ਚਾਹੇ ਉਹ ਵੱਡੇ ਹੋਣ ਉਹ ਬਿਮਾਰ ਹੋ ਰਹੇ ਨੇ। ਤੇ ਪੰਜਾਬ 'ਚ ਕਿੱਥੇ-ਕਿੱਥੇ ਪਾਣੀ ਦੇ ਸੈਂਪਲਸ ਫੇਲ ਹੋਏ ਨੇ ਤੁਹਾਨੂੰ ਦੱਸਾਂਗੇ। ਜ਼ਿਲ੍ਹਾ ਕਿਹੜਾ ਹੈ, ਸੈਂਪਲ ਭਰੇ ਗਏ, ਸੈਂਪਲ ਫੇਲ ਕਿੰਨੇ ਹੋਏ ਨੇ, ਮਹੀਨਾ ਸਾਲ ਕਿਹੜਾ ਹੈ। ਪਠਾਨਕੋਟ ਦਾ ਮੈਂ ਜ਼ਿਕਰ ਕਰਾਂਗੀ। 623 ਸੈਂਪਲਸ ਭਰੇ ਗਏ, 28 ਸੈਂਪਲਸ ਇਹਨਾਂ 'ਚੋਂ ਫੇਲ ਹੋਏ। ਇਹ ਅਗਸਤ 2025 ਦਾ ਡੇਟਾ ਹੈ। ਮੁਕਤਸਰ ਸਾਹਿਬ 'ਚੋਂ ਸੈਂਪਲਸ ਜੋ ਭਰੇ ਗਏ 51 ਸੈਂਪਲਸ ਫੇਲ ਹੋਏ, ਇੱਥੇ 33 ਤੇ ਅਪ੍ਰੈਲ 2025 ਦਾ ਇਹ ਡਾਟਾ ਹੈ। ਪਟਿਆਲਾ 'ਚ 10 ਸੈਂਪਲਸ ਭਰੇ ਗਏ, 6 ਸੈਂਪਲਸ ਉਹਨਾਂ 'ਚੋਂ ਫੇਲ ਹੋਏ ਤੇ ਜੁਲਾਈ 2025 ਦਾ ਇਹ ਡੇਟਾ ਹੈ। ਲੁਧਿਆਣਾ 'ਚ 280 ਸੈਂਪਲਸ ਪਾਣੀ ਦੇ ਲਏ ਗਏ, 81 ਇਹਨਾਂ 'ਚੋਂ ਸੈਂਪਲਸ ਫੇਲ ਹੋਏ ਤੇ ਜੁਲਾਈ 2024 ਦਾ ਇਹ ਡੇਟਾ ਹੈ। तो अगर ये ब्लैक कलर मतलब जिस तरह आ जाता है, ये सैंपल मैसिव सानू इन्ना वाइल्स का जो मेन सानू लग्या कि दा फायदा ये रहा। असी आनंदपुर राड़ा च जिन्नी टेस्टिंग की एक कवरिंग सी कि उत्थे कंटैमीनेशन की प्रॉब्लम हैगी है। सो सर्वे किया गया एंड सर्वे च सानू सिम्पटोमैटिक केस कोई नहीं मिला, बट वो एरिया सानू हाई रिस्क डिक्लेयर किया गया कि H2S से उत्थों 15 सैंपल फेल हुए आनंदपुर राड़ा विद इन मंथ ऑफ जुलाई। फिर असी वो सैंपल भेजे SPHL खरड़, उन्हां विचों अगर आनंदपुर राड़ा दे असीं 4 सैंपल लेते से, 4 विचों 3 फेल सीगे। बेसिकली जो मेजर 15 सैंपल जो जुलाई च जो फेलियर ने 3 आनंदपुर राड़ा दे ही ने। उस तो बाद लोकल बॉडीज़ वालों भी उत्थों टेस्टिंग की गई, फॉल्ट ठीक करवाया गया एंड उहदे विच की होया कि फिर उस तो बाद जिहड़ा री सर्वे उत्थे होया और री वाटर सैंपलिंग हुई। वाटर सैंपलिंग भी ठीक हो गया, वो सारे सैंपल्स पोर्टेबल फिट फॉर ड्रिंकिंग आए एंड कोई जिहड़ा केस है जिस तरह मतलब एक सिम्पटोमैटिक केस रिपोर्ट होया सीगा, मतलब कि वो दोनों विभागां दी टाइमली जिहड़ी कार्रवाई होने करके कि केसेस रिपोर्ट नहीं हुए।